ਅੱਜ ਅਸੀਂ ਚਿੱਤਰ, ਤਸਵੀਰ, ਦ੍ਰਿਸ਼ ਦੇ ਆਧਾਰ 'ਤੇ ਵਰਣਨ ਬਾਰੇ ਪੜ੍ਹਾਂਗੇ। ਚਿੱਤਰ ਵਰਣਨ ਤੋਂ ਭਾਵ ਹੈ ਚਿੱਤਰਾਂ ਜਾਂ ਤਸਵੀਰਾਂ ਨੂੰ ਸ਼ਬਦਾਂ ਰਾਹੀਂ ਬਿਆਨ ਕਰਨਾ। ਭਾਵ ਕਿਸੇ ਚਿੱਤਰ ਜਾਂ ਤਸਵੀਰ ਵਿੱਚ ਜੋ ਕੁਝ ਰੇਖਾਵਾਂ ਆਦਿ ਰਾਹੀਂ ਨਜ਼ਰ ਆ ਰਿਹਾ ਹੋਵੇ, ਉਸ ਨੂੰ ਉਸੇ ਰੂਪ ਵਿੱਚ ਜਾਂ ਉਸਦੇ ਆਧਾਰ 'ਤੇ ਪ੍ਰਭਾਵਸ਼ਾਲੀ ਸ਼ਬਦਾਂ ਰਾਹੀਂ ਬਿਆਨ ਕਰਨ ਦੀ ਕਲਾ ਹੀ ਚਿੱਤਰ ਵਰਣਨ ਕਹਾਉਂਦੀ ਹੈ। ਕੋਈ ਵੀ ਚਿੱਤਰ ਕਿਸੇ ਦ੍ਰਿਸ਼, ਘਟਨਾ, ਸਥਾਨ, ਮੇਲੇ ਜਾਂ ਤਿਉਹਾਰ, ਵਿਅਕਤੀ ਜਾਂ ਕਿਸੇ ਸਮੱਸਿਆ ਆਦਿ ਨੂੰ ਦਰਸਾ ਰਿਹਾ ਹੁੰਦਾ ਹੈ। ਹਰ ਚਿੱਤਰ ਵਿੱਚ ਪ੍ਰਤੱਖ ਜਾਂ ਅਪ੍ਰਤੱਖ ਰੂਪ ਵਿੱਚ ਕੋਈ ਨਾ ਕੋਈ ਘਟਨਾ, ਸਮੱਸਿਆ, ਬਿਰਤਾਂਤ ਜਾਂ ਕਹਾਣੀ ਆਦਿ ਸਮੋਈ ਹੁੰਦੀ ਹੈ। ਇਸ ਲਈ ਕਿਸੇ ਵੀ ਚਿੱਤਰ ਨੂੰ ਵੇਖ ਕੇ ਹਰ ਵਿਅਕਤੀ ਦੇ ਮਨ ਵਿੱਚ ਉਸ ਚਿੱਤਰ ਬਾਰੇ ਜਾਂ ਉਸ ਨਾਲ ਸੰਬੰਧਿਤ ਕੋਈ ਨਾ ਕੋਈ ਵਿਚਾਰ ਮਨ ਵਿੱਚ ਆ ਹੀ ਜਾਂਦਾ ਹੈ। ਭਾਵੇਂ ਕਿ ਹਰ ਚਿੱਤਰ ਨੂੰ ਵੇਖਣ ਦਾ ਨਜ਼ਰੀਆ ਹਰ ਇੱਕ ਵਿਅਕਤੀ ਦਾ ਵੱਖੋ ਵੱਖ ਹੁੰਦਾ ਹੈ। ਹਰ ਕੋਈ ਆਪੋ ਆਪਣੀ ਦ੍ਰਿਸ਼ਟੀਕੋਣ ਤੋਂ ਕਿਸੇ ਚਿੱਤਰ ਨੂੰ ਵੇਖਦਾ ਪਰਖਦਾ ਹੈ। ਫਿਰ ਆਪਣੇ ਅਨੁਭਵ ਨੂੰ ਪ੍ਰਭਾਵਸ਼ਾਲੀ ਸ਼ਬਦਾਂ ਵਿੱਚ ਬਿਆਨ ਕਰਕੇ ਲਿਖਣ ਕੌਸ਼ਲਤਾ ਪ੍ਰਗਟ ਕਰਦਾ ਹੈ। ਇਸ ਨਾਲ ਵਿਅਕਤੀ ਦੀ ਸਿਰਜਣਾਤਮਕ ਸ਼ਕਤੀ, ਵਸਤਾਂ, ਦ੍ਰਿਸ਼ਾਂ, ਚਿੱਤਰਾਂ ਨੂੰ ਵੇਖਣ ਪਰਖਣ ਦੀ ਸਮਰੱਥਾ ਤੇ ਲਿਖਣ ਕੌਸ਼ਲਤਾ ਨੂੰ ਪਰਖਿਆ ਜਾਂਦਾ ਹੈ। ਚਿੱਤਰ ਵਰਣਨ ਕਰਨਾ ਕਿਸੇ ਕਲਾ ਤੋਂ ਘੱਟ ਨਹੀਂ ਹੁੰਦਾ। ਜਿਵੇਂ ਕਿਸੇ ਚਿੱਤਰ ਵਿਚਲੇ ਵੱਖ-ਵੱਖ ਭਾਗਾਂ ਨੂੰ ਕੇਵਲ ਸ਼ਬਦਾਂ ਰਾਹੀਂ ਬਿਆਨ ਕਰ ਦੇਣਾ ਕੋਈ ਚਿੱਤਰ ਵਰਣਨ ਨਹੀਂ ਹੁੰਦਾ। ਇਹ ਤਾਂ ਚਿੱਤਰਾਂ ਦੀ ਸ਼ਬਦੀ ਜਾਣਕਾਰੀ ਹੋ ਸਕਦੀ ਹੈ। ਅਸਲ ਵਿੱਚ ਚਿੱਤਰ ਦਾ ਪਿਛੋਕੜ ਤੇ ਉਸ ਬਾਰੇ ਆਪਣੀ ਜਾਣਕਾਰੀ ਤੇ ਵਿਚਾਰ ਦੇਣੇ ਹੀ ਚਿੱਤਰ ਵਰਣਨ ਦੀ ਕੌਸ਼ਲਤਾ ਹੁੰਦੀ ਹੈ। ਚਿੱਤਰ ਵਰਣਨ ਤੋਂ ਵਿਅਕਤੀ ਦੀ ਬਹੁਪੱਖੀ ਪ੍ਰਤਿਭਾ ਵੀ ਪਰਖੀ ਜਾਂਦੀ ਹੈ ਕਿ ਇਸ ਨੂੰ ਕਿਸੇ ਘਟਨਾ, ਬਿਰਤਾਂਤ, ਸਮੱਸਿਆ ਆਦਿ ਬਾਰੇ ਕੋਈ ਜਾਣਕਾਰੀ ਹੈ ਵੀ ਜਾਂ ਨਹੀਂ, ਤੇ ਉਸ ਬਾਰੇ ਇਸ ਦਾ ਦ੍ਰਿਸ਼ਟੀਕੋਣ ਕੀ ਹੈ, ਇਸਦੇ ਕੀ ਵਿਚਾਰ ਹਨ ਆਦਿ ਪਰਖਿਆ ਜਾਂਦਾ ਹੈ। ਵਰਣਨ ਲਈ ਦਿੱਤੇ ਗਏ ਚਿੱਤਰ ਕਿਸੇ ਦ੍ਰਿਸ਼ ਜਾਂ ਘਟਨਾ ਦਾ ਵਰਣਨ ਕਰ ਰਹੇ ਹੁੰਦੇ ਹਨ ਜਾਂ ਕਿਸੇ ਸਥਿਤੀ ਨੂੰ ਜਾਂ ਕਿਸੇ ਵਿਅਕਤੀ ਵਿਸ਼ੇਸ਼ ਤੇ ਵਿਸ਼ੇਸ਼ ਪ੍ਰਸੰਗ ਨੂੰ ਜਾਂ ਕਿਸੇ ਮੇਲੇ, ਤਿਉਹਾਰ ਆਦਿ ਨੂੰ ਪੇਸ਼ ਕਰ ਰਹੇ ਹੁੰਦੇ ਹਨ। ਇਹਨਾਂ ਨੂੰ ਸ਼ਬਦਾਂ ਵਿੱਚ ਵਰਣਨ ਕਰਨ ਲਈ ਕੁਝ ਗੱਲਾਂ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ। ਜਿਵੇਂ ਸਭ ਤੋਂ ਪਹਿਲਾਂ ਚਿੱਤਰ ਦੇ ਹਰ ਪੱਖ ਨੂੰ ਗੌਰ ਨਾਲ ਵੇਖਣਾ ਚਾਹੀਦਾ ਹੈ ਤਾਂ ਜੋ ਇਹ ਪਤਾ ਲੱਗ ਸਕੇ ਕਿ ਇਸ ਚਿੱਤਰ ਵਿੱਚ ਮੁੱਖ ਵਿਸ਼ਾ ਕਿਹੜਾ ਹੈ। ਚਿੱਤਰ ਦੇ ਉਪ ਭਾਗਾਂ ਨੂੰ ਲਕੀਰਾਂ ਲਾ ਕੇ ਸਥਿਤੀ ਜਾਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਚਿੱਤਰ ਵਿਚਲੇ ਦੂਰ ਨੇੜੇ ਦੇ ਪ੍ਰਭਾਵ ਤੇ ਮੂਲ ਮੁੱਦੇ ਨੂੰ ਖਾਸ ਤੌਰ 'ਤੇ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਚਿੱਤਰ ਦੇ ਆਧਾਰ 'ਤੇ ਆਪਣੇ ਵਿਚਾਰਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਬਿਆਨ ਕਰਨਾ ਚਾਹੀਦਾ ਹੈ। ਚਿੱਤਰ ਵਿਚਲੇ ਜੀਵਾਂ, ਵਿਅਕਤੀਆਂ, ਪਸ਼ੂ ਪੰਛੀਆਂ ਆਦਿ ਦੇ ਹਾਵਾਂ ਭਾਵਾਂ ਨੂੰ ਧਿਆਨ ਨਾਲ ਵੇਖਣਾ ਚਾਹੀਦਾ ਹੈ। ਜੇ ਕਿਸੇ ਮਹਾਨ ਵਿਅਕਤੀ ਦਾ ਚਿੱਤਰ ਹੈ ਤਾਂ ਉਸ ਨਾਲ ਸੰਬੰਧਿਤ ਜਾਣਕਾਰੀ ਹੋਣੀ ਚਾਹੀਦੀ ਹੈ। ਕੁਦਰਤੀ ਦ੍ਰਿਸ਼ਾਂ ਵਾਲੇ ਚਿੱਤਰਾਂ ਵਿੱਚ ਕਲਪਨਾ ਦੇ ਨਾਲ ਨਾਲ ਆਪਣੇ ਕੀਮਤੀ ਵਿਚਾਰਾਂ ਨੂੰ ਪਹਿਲ ਦੇਣੀ ਚਾਹੀਦੀ ਹੈ। ਵਿਚਾਰਾਂ ਦੇ ਪ੍ਰਗਟਾਵੇ ਲਈ
ਸੁਚੱਜੀ ਸ਼ਬਦ ਚੋਣ, ਸਧਾਰਨ ਵਾਕ ਬਣਤਰ, ਅਖਾਣਾਂ, ਮੁਹਾਵਰਿਆਂ ਦੀ ਯੋਗ ਵਰਤੋਂ ਵੀ ਕਰਨੀ ਚਾਹੀਦੀ ਹੈ। ਵਿਚਾਰਾਂ ਦਾ ਸੰਬੰਧ ਸਿੱਧਾ ਚਿੱਤਰਾਂ ਨਾਲ ਹੋਣਾ ਜ਼ਰੂਰੀ ਹੁੰਦਾ ਹੈ। ਬੇਲੋੜੀ ਕਲਪਨਾ ਜਾਂ ਚਿੱਤਰਾਂ ਤੋਂ ਪਰੇ ਦੀਆਂ ਗੱਲਾਂ ਵਿਅਰਥ ਹੁੰਦੀਆਂ ਹਨ। ਥੋੜ੍ਹੇ ਸ਼ਬਦਾਂ ਵਿੱਚ ਹੀ ਚਿੱਤਰ ਬਾਰੇ ਸਮੱਸਿਆ ਤੇ ਸੁਝਾਅ ਵੀ ਦੱਸ ਦੇਣੇ ਚਾਹੀਦੇ ਹਨ। ਇਹ ਸਨ ਜ਼ਰੂਰੀ ਗੱਲਾਂ ਜਿਨ੍ਹਾਂ ਦਾ ਧਿਆਨ ਤੁਸੀਂ ਚਿੱਤਰ ਵਰਣਨ ਕਰਨ ਲੱਗਿਆਂ ਦੇਣਾ ਹੈ। ਆਓ ਹੁਣ ਕੁਝ ਚਿੱਤਰ ਵਰਣਨਾਂ ਦਾ ਅਭਿਆਸ ਕਰਦੇ ਹਾਂ। ਇਹ ਤਸਵੀਰ ਮਾਨਵਤਾ ਦੀ ਸੇਵਾ ਦੀ ਪੁੰਜ ਭਾਈ ਕਨ੍ਹੱਈਆ ਜੀ ਦੀ ਨਿਰਛਲ ਸੇਵਾ ਭਾਵਨਾ ਦਾ ਬਿਰਤਾਂਤ ਪੇਸ਼ ਕਰ ਰਹੀ ਹੈ। ਗੁਰੂ ਗੋਬਿੰਦ ਸਿੰਘ ਜੀ ਵੇਲੇ ਭਾਈ ਜੀ ਨੇ ਮੈਦਾਨੀ ਜੰਗ ਵਿੱਚ ਜ਼ਖਮੀ ਹੋਏ ਹਰ ਯੋਧੇ ਨੂੰ ਬਿਨਾਂ ਭੇਦਭਾਵ ਤੋਂ ਪਾਣੀ ਪਿਆ ਕੇ ਨਾ ਕੋ ਬੈਰੀ ਨਾ ਹੀ ਬੇਗਾਨਾ ਦਾ ਸਬੂਤ ਦਿੱਤਾ ਸੀ। ਬਾਅਦ ਵਿੱਚ ਹੋਂਦ ਵਿੱਚ ਆਈ ਰੈੱਡ ਕਰਾਸ ਸੰਸਥਾ ਦਾ ਵੀ ਇਹੋ ਮਨੋਰਥ ਸੀ। ਸਿਰਲੇਖ ਸਰਬੱਤ ਦਾ ਭਲਾ, ਮਨੁੱਖਤਾ ਦੀ ਸੇਵਾ। ਇਹ ਤਸਵੀਰ ਪ੍ਰਸਿੱਧ ਪੰਜਾਬੀ ਸੂਫੀ ਬਾਬਾ ਫਰੀਦ ਜੀ ਦੀ ਹੈ। ਆਪ ਨੂੰ ਪੰਜਾਬੀ ਕਵਿਤਾ ਦਾ ਪਿਤਾਮਾ ਵੀ ਕਿਹਾ ਜਾਂਦਾ ਹੈ। ਆਪ ਦਾ ਜਨਮ 1173 ਈਸਵੀ ਵਿੱਚ ਪਿੰਡ ਖੋਤਵਾਲ ਵਿਖੇ ਹੋਇਆ ਤੇ 1266 ਈਸਵੀ ਵਿੱਚ ਦੇਹਾਂਤ ਹੋਇਆ। ਆਪ ਨੇ 112 ਸ਼ਬਦ ਤੇ 4 ਸ਼ਲੋਕ ਦੀ ਰਚਨਾ ਕੀਤੀ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ, ਜਿਨ੍ਹਾਂ ਵਿੱਚ ਨਾਸ਼ਮਾਨਤਾ, ਨਿਮਰਤਾ, ਪ੍ਰਭੂ ਪ੍ਰੇਮ, ਦਰਵੇਜ਼ੀ, ਰੱਬ ਦੀ ਰਜ਼ਾ ਆਦਿ ਵਿਸ਼ਿਆਂ ਨੂੰ ਛੋਹਿਆ ਹੈ। ਸਿਰਲੇਖ ਬਾਬਾ ਫਰੀਦ ਜੀ। ਇਹ ਤਸਵੀਰ ਪੰਜਾਬੀ ਦੇ ਪ੍ਰਸਿੱਧ ਕਵੀ ਸ਼ਿਵ ਕੁਮਾਰ ਬਟਾਲਵੀ ਦੀ ਹੈ, ਜਿਸ ਨੂੰ ਬਿਰਹਾ ਦੇ ਕਵੀ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਦੀਆਂ ਰਚਨਾਵਾਂ ਵਿੱਚ ਲੋਹੜੀ ਦਾ ਦਰਦ ਹੈ। ਇਸ ਨੇ ਮਾਸਟਰੀ, ਪਟਵਾਰੀ ਤੇ ਬੈਂਕ ਦੀ ਨੌਕਰੀ ਵੀ ਕੀਤੀ, ਪਰ ਸ਼ਾਇਰੀ ਨਾਲ ਸਦੀ ਵੀ ਸਾਂਝ ਪਾ ਲਈ। ਇਸ ਨੇ ਅਨੇਕਾਂ ਕਾਵਿ ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਪਾਈ। ਪੀੜਾਂ ਦਾ ਪਰਾਗਾ ਤੇ ਲੂਣਾ ਇਸ ਦੇ ਪ੍ਰਸਿੱਧ ਕਾਵਿ ਸੰਗ੍ਰਹਿ ਹਨ। ਸਿਰਲੇਖ ਸ਼ਿਵ ਕੁਮਾਰ ਬਟਾਲਵੀ। ਇਹ ਤਸਵੀਰ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਅਤੇ ਉਹਨਾਂ ਦੇ ਪਰਮ ਮਿੱਤਰ ਸੁਦਾਮਾ ਜੀ ਦੀ ਗੂੜੀ ਦੋਸਤੀ ਨੂੰ ਬਿਆਨ ਕਰ ਰਹੀ ਹੈ। ਸੁਦਾਮਾ ਸ਼੍ਰੀ ਕ੍ਰਿਸ਼ਨ ਜੀ ਦਾ ਬਚਪਨ ਦਾ ਦੋਸਤ ਸੀ, ਪਰ ਬਹੁਤ ਗਰੀਬ ਸੀ। ਇੱਕ ਦਿਨ ਉਹ ਆਪਣੀ ਪਤਨੀ ਦੇ ਕਹਿਣ 'ਤੇ ਸ਼੍ਰੀ ਕ੍ਰਿਸ਼ਨ ਜੀ ਤੋਂ ਆਰਥਿਕ ਮਦਦ ਦੀ ਆਸ ਵਿੱਚ ਮਥੁਰਾ ਗਿਆ, ਪਰ ਉਸ ਕੋਲੋਂ ਮਦਦ ਮੰਗਣ ਦਾ ਹੌਸਲਾ ਨਾ ਪਿਆ। ਸ਼੍ਰੀ ਕ੍ਰਿਸ਼ਨ ਜੀ ਉਸ ਨੂੰ ਵੇਖ ਕੇ ਬਹੁਤ ਪ੍ਰਸੰਨ ਹੋਏ ਤੇ ਉਹਨਾਂ ਵੱਲੋਂ ਲਿਆਂਦੇ ਜੌਂ ਦੇ ਲੱਡੂ ਬੜੇ ਚਾਅ ਨਾਲ ਖਾਧੇ। ਆਪਣੇ ਸਿੰਘਾਸਨ 'ਤੇ ਵੀ ਬੜੇ ਆਦਰ ਨਾਲ ਬਿਠਾਇਆ। ਜਾਣੀ ਜਾਣ ਸ਼੍ਰੀ ਕ੍ਰਿਸ਼ਨ ਜੀ ਨੇ ਸੁਦਾਮਾ ਦੇ ਕਹਿਣ ਤੋਂ ਬਿਨਾਂ ਹੀ ਉਸਦਾ ਵਧੀਆ ਮਹਿਲ ਬਣਵਾ ਦਿੱਤਾ। ਸੁਦਾਮੇ ਨੇ ਆ ਕੇ ਮਹਿਲ ਵੇਖਿਆ ਤਾਂ ਬੜਾ ਹੈਰਾਨ ਹੋਇਆ। ਇਹ ਸੁਦਾਮੇ ਦੇ ਨਿਰਛਲ ਪ੍ਰੇਮ ਦਾ ਪ੍ਰਮਾਣ ਸੀ। ਸਿਰਲੇਖ ਸ਼੍ਰੀ ਕ੍ਰਿਸ਼ਨ ਜੀ ਅਤੇ ਸੁਦਾਮਾ ਦੀ ਦੋਸਤੀ।